साहिब जी सूरा सो पहचानिए जो लरै दीन के हित पुरजा पुरजा कट मरै कहूँ ना छाड़ै खेत वाहिगुरु साहिब जी माथे तिलक हाथ माला बाना लोगन राम खिलौना जाना जौ हो बोरा तो राम तोरा लोग मर्म कह जाने मोरा जो हों बोरा तो राम तोरा लोग मर्म कह जाने मोरा रहाऊ तोरो ना पाती पूजो ना देवा राम भगत बिन निफल सेवा तोरो ना पाती पूजो ना देवा राम भगत बिन निफल सेवा सतगुर पूजो सदा सदा मनावो ऐसी सेव दरगाह सुख पावो लोग कहे कबीर बुराना कबीर का मर्म राम पहचाना लोग कहें कबीर बुराना कबीर का मर्म राम पहचाना। परम सम्मान योग जुगो जुग अटल चवर छत्र तख्त दे मालक गुरता गद्दी ते सुभाएमान धन सतगुरु श्री गुरु ग्रंथ साहिब सच्चे पातशाह जी तिन्हां दी पावन ते पवित्र गोद विच सुशोभित हो बैठे सन्मान योग सत्कार योग सत संगी जनों, मेरे तो पहला आप जी ने गुरु घर के रागी सिंघा पासों धुर की बाणी के कीर्तन श्रवण कर रहे सी। आओ जिथे आप जी ने सतगुरां दी पावन बाणी का कीर्तन बड़े प्रेम अदब सत्कार सहित श्रवण किया है, उथे मालक हजूर जी की पावन बाणी की विचार दे नाल जुड़न का यतन करिए। बाबा कबीर जी की रचना तो उच्चारण किया होया एक शब्द आप जी दे नाल साझा किया है। विचार आरंभण तो पहला गुरु बख्शी फतेह प्रवान करनी जी। वाहिगुरु जी का खालसा वाहिगुरु जी की फतेह। 1984 का दिहाड़ा कौम लई एक बड़ा दर्द लेके आया। एक ख्याल करना ये कोई एक दिन विच वापरिया वरतारा नहीं है कि कोई अंदर बैठा ते फौजा चढ़ के हमला करन आईयां उन्होंने कढ़ण दे लई जां उन्होंने कढ़ दिता जां खत्म कर दिता। ये सारी प्लैनिंग कोई एक दिन की नहीं है भी एक दिन की सारा घटनाक्रम वापर गया।
ਤੁਸੀਂ ਇਤਿਹਾਸ ਦੇ ਪੰਨੇ ਫੋਲ ਕੇ ਵੇਖੋ, ਬਾਬਾ ਕਬੀਰ ਜੀ ਦੇ ਸਮੇਂ ਤੋਂ ਹੀ ਸੱਚ ਦੀ ਜਿਹੜੀ ਗੱਲ, ਜਿਹੜਾ ਹੋਕਾ ਬਾਬਾ ਕਬੀਰ ਜੀ ਨੇ ਦਿੱਤਾ, ਉਹਨਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਜਿਹੜੀ ਵਿਚਾਰਧਾਰਾ ਉੱਥੇ ਕੰਮ ਕਰਦੀ ਸੀ ਉਹਦੇ ਬਿਲਕੁਲ ਐਂਟੀ ਵਿਚਾਰਧਾਰਾ ਇੱਕ ਗੁਰੂ ਨਾਨਕ ਸਾਹਿਬ ਨੇ ਸਿਰਜੀ। ਬਾਬਾ ਕਬੀਰ ਜੀ ਨੇ ਇੱਕ ਗੱਲ ਆਪਣੇ ਸ਼ਬਦ ਵਿੱਚ ਰੱਖੀ ਹੈ। ਬਾਬਾ ਕਬੀਰ ਜੀ ਕਹਿਣ ਲੱਗੇ ਕਿ ਲੋਕ ਜਿਹੜੇ ਨੇ ਇਹ ਬ੍ਰਾਹਮਣ ਦੀ ਮੱਤ ਦੇ ਮੁਤਾਬਕ ਚੱਲਦੇ ਨੇ। ਇੱਥੇ ਬ੍ਰਾਹਮਣ ਕੋਈ ਸਰੀਰ ਦਾ ਨਾਂ ਨਹੀਂ ਮੈਂ ਲੈ ਰਿਹਾ। ਬ੍ਰਾਹਮਣਵਾਦੀ ਉਹ ਸੋਚ ਹੈ ਜਿਹੜੀ ਮਨੁੱਖਤਾ ਨੂੰ ਤੇ ਸਮਾਜ ਨੂੰ ਇੱਕ ਨਹੀਂ ਹੋਣ ਦੇਣਾ ਚਾਹੁੰਦੀ। ਸਰੀਰ ਨੂੰ ਨਹੀਂ ਕਹਿ ਰਿਹਾ, ਉਸ ਸੋਚ ਦਾ ਨਾਂ ਹੈ। ਇਹ ਸਿੱਖਾਂ ਵਿੱਚ ਵੀ ਹੋ ਸਕਦੀ ਹੈ, ਇਹ ਮੁਸਲਮਾਨਾਂ ਵਿੱਚ ਵੀ ਹੋ ਸਕਦੀ ਹੈ, ਇਹ ਈਸਾਈਆਂ ਵਿੱਚ ਵੀ ਹੋ ਸਕਦੀ ਤੇ ਹਿੰਦੂ ਮਜ਼ਹਬ ਵਿੱਚ ਵੀ ਹੋ ਸਕਦੀ ਹੈ। ਹੁਣ ਬਾਬਾ ਕਬੀਰ ਜੀ ਨੇ ਜਦੋਂ ਸਾਰੀ ਗੱਲ ਭਾਪੀ ਨਾ, ਤੇ ਉਹਨਾਂ ਨੇ ਇੱਕ ਲਫ਼ਜ਼ ਬੜਾ ਕੀਮਤੀ ਆਖਿਆ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਬਾਬਾ ਕਬੀਰ ਜੀ ਕਹਿਣ ਲੱਗੇ ਵੀ ਜਦੋਂ ਮੈਨੂੰ ਇੱਕ ਰੱਬ ਦੀ ਸਮਝ ਲੱਗੀ, ਲੋਕਾਂ ਨੂੰ ਪਤਾ ਨਹੀਂ ਕੀ ਮੁਸ਼ਕਲ ਬਣ ਗਈ, ਲੋਕਾਂ ਨੂੰ ਪਤਾ ਨਹੀਂ ਕੀ ਦੁੱਖ ਹੋਇਆ, ਤੇ ਬੜੀ ਕੀਮਤੀ ਗੱਲ ਆਖੀ। ਕਹਿਣ ਲੱਗੇ ਜਬ ਹਮ ਏਕੋ ਏਕ ਕਰ ਜਾਣਿਆ ਤਬ ਲੋਕਾਂ ਕਾਹੇ ਦੁੱਖ ਮਾਨਿਆ। ਕਹਿਣ ਲੱਗੇ ਜਦੋਂ ਮੈਂ ਇੱਕ ਨੂੰ ਸਮਝਿਆ, ਲੋਕਾਂ ਨੂੰ ਪਤਾ ਨਹੀਂ ਕੀ ਮੁਸ਼ਕਲ ਬਣ ਗਈ, ਲੋਕਾਂ ਨੇ ਬੜਾ ਦੁੱਖ ਮਨਾਇਆ। ਕਿਉਂਕਿ ਬਾਬਾ ਕਬੀਰ ਜੀ ਨੇ ਡੰਕੇ ਦੀ ਚੋਟ ਤੇ ਸੱਚ ਗਿਆ ਤੇ ਗੱਲ ਕਰ ਰਿਹਾ ਸੀ ਜਿਹੜੀ ਵਿਚਾਰਧਾਰਾ ਹਿੰਦੁਸਤਾਨ ਵਿੱਚ ਕੰਮ ਕਰ ਰਹੀ ਸੀ। ਤੁਸੀਂ ਕਦੀ ਇਤਿਹਾਸ ਦੀ ਵਿਚਾਰ ਕਰਕੇ ਵੇਖਣੀ, ਸਭ ਤੋਂ ਘੱਟ ਸੰਕਟ ਜੇ ਕਿਸੇ ਨੂੰ ਆਇਆ ਹੈ ਉਹ ਬ੍ਰਾਹਮਣ ਨੂੰ ਆਇਆ ਹੈ। ਜਦੋਂ ਵੀ ਮਰੀ, ਜਦੋਂ ਵੀ ਖਤਮ ਹੋਈ ਤੇ ਆਮ ਲਗਾਈ ਖਤਮ ਹੋਈ। ਜੇ ਮਰਦੇ ਸੀ ਕਿਉਂਕਿ ਉਹਨੇ ਸਿਸਟਮ ਇਹੋ ਜਿਹਾ ਕ੍ਰੀਏਟ ਕਰ ਲਿਆ ਵੀ ਬ੍ਰਾਹਮਣ ਦਾ ਕੰਮ ਹੈ ਕਿਸੇ ਨੂੰ ਵੇਦਾਂ ਦੇ ਪਾਠ ਸੁਣਾ ਦੇਣਾ, ਖੱਤਰੀ ਦਾ ਕੰਮ ਹੈ ਰੱਖਿਆ ਕਰਨੀ। ਜੇ ਬ੍ਰਾਹਮਣ ਤੇ ਬਿਪਤਾ ਆ ਜਾਵੇ ਤੇ ਖੱਤਰੀ ਦਾ ਧਰਮ ਬਣਦਾ ਹੈ ਉਹ ਲੜ ਕੇ ਉਹਦੀ ਰੱਖਿਆ ਕਰੇ। ਤੇ ਜੇ ਕਿਤੇ ਕੋਈ ਅਹੁਦੇਦਾਰ ਆਏ, ਵੱਡੇ ਵੱਡੇ ਹਕੂਮਤ ਦੇ ਹਾਕਮ ਜਿਹੜੇ ਨੇ ਉਹ ਆਏ, ਤਾਂ ਵੀ ਬ੍ਰਾਹਮਣ ਦਾ ਬੋਲਬਾਲਾ ਰਿਹਾ। ਤੁਸੀਂ ਅਕਬਰ ਦਾ ਸਮਾਂ ਲੈ ਲਓ, ਅਕਬਰ ਦੇ ਦਰਬਾਰ ਦੇ ਵਿੱਚ ਬੀਰਬਲ ਹੈ ਜਿਹੜਾ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਨਫ਼ਰਤ ਕਰਦਾ ਹੈ। ਫਿਰ ਜੇ ਗੁਰੂ ਘਰ ਵਾਲੇ ਪਾਸੇ ਵੇਖੀਏ ਤੇ ਗੁਰੂ ਘਰ ਵਿੱਚ ਹੀ ਰਹਿਣ ਵਾਲਾ ਗੰਗੂ ਗਦਾਰੀ ਕਰ ਗਿਆ। ਖਿਆਲ ਕਰਨਾ, ਇੱਕ ਦੁਸ਼ਮਣ ਉਹ ਹੈ ਜਿਹੜਾ ਸਾਹਮਣੇ ਹੈ ਤੇ ਸਾਨੂੰ ਪਤਾ ਹੈ ਵੀ ਆਹ ਸਾਡਾ ਦੁਸ਼ਮਣ ਹੈ, ਇਹਦੇ ਨਾਲ ਅਸੀਂ ਟਾਕਰਾ ਕਰਨਾ ਹੈ। ਇੱਕ ਦੁਸ਼ਮਣ ਉਹ ਹੈ ਜਿਹੜਾ ਸਾਡੇ ਅੰਦਰ ਵੜ ਗਿਆ। ਤੇ ਬੜੀ ਪੰਜਾਬੀ ਦੀ ਕੀਮਤੀ ਕਹਾਵਤ ਹੈ ਵੀ ਜਿਹੜਾ ਘਰ ਦਾ ਭੇਦੀ ਹੋਵੇ ਲੰਕਾ ਉਹ ਹੀ ਢਾਉਂਦਾ। ਤੇ ਹੋਇਆ ਵੀ ਏਦਾਂ, ਮਾਰਿਆ ਕਿਨੇ? ਸਭ ਤੋਂ ਵੱਧ ਮਾਰ ਕਿੱਥੋਂ ਵੱਜੀ? ਘਰ ਦੇ ਭੇਦੀਆਂ ਤੋਂ, ਜਿਨ੍ਹਾਂ ਨੂੰ ਘਰ ਬਾਰੇ ਪਤਾ ਸੀ। ਖੈਰ, ਮੈਂ ਜਿਹੜੀ ਬੇਨਤੀ ਤੁਹਾਡੇ ਨਾਲ ਕਰ ਰਿਹਾ ਸੀ, ਇਹ ਟਕਰਾਅ ਕੋਈ ਜਿਹੜਾ ਹੈ ਆਮ ਨਹੀਂ ਹੈ। ਇਹ ਟਕਰਾਅ ਵਿਚਾਰਧਾਰਾ ਦਾ ਹੈ ਵੀ ਉਹਨਾਂ ਦੀ ਵਿਚਾਰਧਾਰਾ ਵੱਖ ਹੈ ਤੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਜਿਹੜੀ ਹੈ ਉਹ ਵੱਖ ਹੈ। ਗੁਰੂ ਨਾਨਕ ਸਾਹਿਬ ਇੱਕ ਰੱਬ ਦੀ ਗੱਲ ਕਰਦੇ ਹਨ, ਉਹ ਬਹੁਤੇ ਦੇਵੀ ਦੇਵਤਿਆਂ ਦੀ ਗੱਲ ਕਰਦੇ। ਸਭ ਤੋਂ ਵੱਡਾ ਫਰਕ ਜਿਹੜਾ ਹੈ ਨਾ ਉਹ ਵਿਚਾਰਧਾਰਾ ਦਾ ਹੈ। ਜਿਸ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬ੍ਰਾਹਮਣ ਦਾ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ, ਤੁਸੀਂ ਕੀ ਸਮਝ ਲਿਆ ਵੀ ਬ੍ਰਾਹਮਣ ਚੈਨ ਨਾਲ ਬੈਠ ਗਿਆ ਹੋਵੇਗਾ? ਉਹਨੂੰ ਨੀਂਦ ਆ ਗਈ ਉਹ ਰਾਤ ਨੂੰ? ਅੱਜ ਤੱਕ ਲੋਕ ਜਨੇਊ ਪਾਉਂਦੇ ਆ ਰਹੇ ਸੀ, ਬੜਿਆਂ ਦੇ ਘਰਾਂ ਵਿੱਚ ਜਾਂਦਾ ਸੀ, ਸਰਦਾਰੀ ਸੀ ਉਹਦੀ, ਲੋਕਾਂ ਦੇ ਘਰਾਂ ਵਿੱਚ ਜਾ ਕੇ ਜਨੇਊ ਪਾਉਣਾ, ਹਰ ਕਿਰਿਆ ਕਰਮ ਉਹਨੇ ਕਰਨਾ, ਮਰਨ ਤੋਂ ਬਾਅਦ ਵੀ ਉਹਨੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਨਾ। ਜਿਸ ਦਿਨ ਗੁਰੂ ਨਾਨਕ ਸਾਹਿਬ ਨੂੰ ਜਨੇਊ ਪਾਉਣ ਲੱਗੇ, ਗੁਰੂ ਨਾਨਕ ਸਾਹਿਬ ਨੇ ਮਨਾ ਕਰਤਾ, ਉਹਨੂੰ ਨੀਂਦ ਨਹੀਂ ਆਈ ਸਾਰੀ ਰਾਤ, ਉੱਠ ਗਿਆ ਨਹੀਂ, ਉਹਨੇ ਰੂਪ ਬਦਲਿਆ। ਕਹਿਣ ਲੱਗਾ ਮਹਾਰਾਜ ਕੋਈ ਗੱਲ ਨਹੀਂ, ਅੱਜ ਜਨੇਊ ਪਾਉਣ ਤੋਂ ਮਨਾ ਕਰਦੇ, ਇੱਕ ਦਿਨ ਤੁਹਾਨੂੰ ਐਸਾ ਬਰਬਾਦ ਕਰਾਂਗੇ ਤੁਸੀਂ ਪਾਣੀ ਨਹੀਂ ਮੰਗੋਗੇ। ਹੋਇਆ ਏਦਾਂ। ਵਰਤਾਰਾ ਕਦੋਂ ਵਾਪਰਿਆ? 1984 ਦੇ ਵਿੱਚ। ਮੰਗਾਂ ਮੰਗਣੀਆਂ ਜਿਹੜੀਆਂ ਜਾਇਜ਼ ਮੰਗਾਂ ਮੰਗਣੀਆਂ ਨੇ, ਹਰ ਕਿਸੇ ਦਾ ਹੱਕ ਬਣਦਾ ਹੈ। ਤੁਸੀਂ ਵੇਖੋ ਸਿੱਖਾਂ ਨੂੰ ਕਿੰਨੇ ਸੰਘਰਸ਼ ਕਰਨੇ ਪਏ। ਜੇ ਪੰਜਾਬੀ ਸੂਬਾ ਮੋਰਚੇ ਦੀ ਆਪਾਂ ਗੱਲ ਕਰੀਏ, ਜਿੱਥੋਂ ਇਹ ਗੱਲ ਵਰਤਾਰਾ ਸ਼ੁਰੂ ਹੁੰਦਾ ਹੈ, ਹਿੰਦੁਸਤਾਨ ਦੀ ਵੰਡ ਹੋਈ ਤੇ ਵੰਡ ਵੇਲੇ
ਗਾਂਧੀ ਦੇ ਬੋਲ ਸੀ, क्योंकि सिखा ने गुरुद्वारे आजाद कराए महंतां दे कोलों। वैसे अंदर खाते नहीं सी चाहते भी गुरुद्वारे आजाद हो जाण, क्योंकि महंत जिहड़े सी वो ब्राह्मण श्रेणी नाल संबंध रखण वाले सी। 1921 विच साका ननकाणा वापरिया जदों गुरुद्वारे सिखा ने आजाद कराए ना, ते गांधी ने यह गल आखी, कहण लगा वेखो जिद्दां तुसीं अपने गुरुद्वारे आजाद कराए ने ना, ये हिंदुस्तान भी एक गुरुद्वारा है, ते सिखो तुसीं इहनूं भी आजाद कराउणा है। सिखा ने कुर्बानियां कीतियां। 2% की गिनती रखने वाली कौम ने 96% कुर्बानियां दे के हिंदुस्तान की आजादी विच अगे होकर योगदान पाया। पर जिदन बादशाहियां मानने की गल आई, कुछ तो साडे अपने गदार निकल आए जिन्हां ने शहीदां दीयां लाशां दे उत्ते सियासत की, राजनीति की। लाशां दे उत्ते गुरु गोबिंद सिंह दे बच्चों दी लाशां उत्ते लोगों ने सियासत की। कुछ साडे अपने गदार निकल आए, जदों इन्हां ने हक मंगिया अगले ने घुमा के मूँह ते चपेड़ मारी, चलो किहड़े हक्कां दी गल करदे हो। ते जे किसी एक बंदे ने मरदे मुजाहिद संत जरनैल सिंह भिंडरांवाले ने हक मंगण की गल की, उन्होंने अतवादी गर्दान दिता गया। बड़ा कीमती शब्द तुहाडे नाल बाबे कबीर दा मैं साझा कीता। बाबा कबीर जी कहंदे लोग मैनूं पागल कहंदे ने। कला बाबे कबीर नूं नहीं आखिया, भगत नामदेव नूं भी आखिया, भगत नामदेव नूं भी पागल आखिया, कले भगत नामदेव नूं भी गुरु नानक साहब नूं भी पागल आखिया। कोई आखे पूतना को कहे है बेताला, कोई आखे आदमी नानक बेचारा। गुरु नानक साहब नूं भी पागल आखिया। क्यों आखिया भला? कारण ये विचारधारक मतभेद ने। बाबा कबीर जी कहते जदों मैं हकां दी गल कीती ना, जदों ब्राह्मण नूं आख्या जो तू ब्राह्मण ब्राह्मणी जाया तो आन बाट काहे है नहीं आया। जे तू ब्राह्मण है, जे तू उच्चा है, ते तू होर किसी रस्ते थानी क्यों ना आ गया? जिद्दां जन्म मेरा होया है उदां ही ते तेरा होया। ਇੱਥੇ ਆਣ ਕੇ ਰੌਲਾ ਪੈ ਗਿਆ। ਲੋਕਾਂ ਨੇ ਕਬੀਰ ਨੂੰ ਪਾਗਲ ਆਖਿਆ, ਲੋਕਾਂ ਨੇ ਨਾਨਕ ਨੂੰ ਪਾਗਲ ਆਖਿਆ। ਬੜੀ ਕੀਮਤੀ ਗੱਲ। ਮੈਂ ਕਿਤਾਬ ਪੜ੍ਹ ਰਿਹਾ ਸੀ, ਉਹਦੇ ਵਿੱਚ ਘਟਨਾ ਬੜੀ ਕੀਮਤੀ। ਜੇ ਦੁਨੀਆ ਵਿੱਚ ਜੀਵਨ ਬਸਰ ਕਰਨਾ ਚਾਹੁੰਦੇ ਆਪ ਵੀ ਪਾਗਲ ਬਣ ਜਾਓ। ਬੜੇ ਐਸੇ ਨੇ ਜਿਹੜੇ ਪਾਗਲ ਬਣ ਕੇ ਜੀ ਲੈਂਦੇ ਨੇ। ਗੁਰੂ ਨਾਨਕ ਸਾਹਿਬ ਨਹੀਂ ਸੀ ਜੀ ਸਕਦੇ। ਗੁਰੂ ਅਰਜਨ ਸਾਹਿਬ ਪਾਗਲ ਬਣ ਕੇ ਜਿਉਣਾ ਨਹੀਂ ਸੀ ਚਾਹੁੰਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਗਲ ਬਣ ਕੇ ਜਿਉਣਾ ਨਹੀਂ ਸੀ ਚਾਹੁੰਦੇ। ਉਹ ਕਹਿੰਦੇ ਕੋਈ ਰਾਜਾ उन्हें सोचा भी मेरी हुकूमत किवें कायम रहे। वजीर ने सलाह दी भी अपने महलों के पिछले पासे ना एक खूह है, जिहड़ा बंदा उहदा पानी पी लैंदा वो पागल हो जाता। क्यों ना आपां ऐं करिए भी आपां प्रजा पागल करके ते हुकूमत कर लईए। राजे ने ऐलान किया भी शामां तक सारी प्रजा ने, मेरी रियासत ने, मेरी रियाया ने उस खूह का पानी पीना। सारिਆਂ ने पी लिया, सारे पागल हो गए। वजीर बड़ा खुश, राजा भी खुश कि लो पागलों से हुकूमत करनी बड़ी सौखी। शामां दा वक्त होया, लोग हत्थां विच पत्थर चुक के राजे दे महल दुआरे आ गए। पता की कहंदे? कहंदे राजा पागल हो गया, इहनूं गद्दी तो लाओ। पागलों का कट की कह रहे? जिहड़ा सब तो सियाणा सी उहनूं की कहंदा? राजा पागल हो गया। वजीर नूं राजा कहण लगा ते विपदा बन गई। लोग पत्थर चुक के मेरे महलां दे दुआरे आ गए ने ते मैनूं कहंदे ने भी मैं पागल हो गया। असल विच दरअसल हुण तीजे बंदे नूं पता है पागल कौन है। राजा पागल नहीं, लोग पागल ने। ते वजीर जी ये ते कहानी उल्ट बन गई। जिन्हां लोकां नूं आपां पागल कहिंदे सी ते आपां नूं पागल आखण लग पए। कहंदा हुण हल की है? कहंदा इक्को ही हल है, नहीं ते इन्हां लोकां ने तैनूं मार देना ही, खत्म कर देना ही। चल आपां भी चल के उसे खूह दा पानी पी गए। जो उसे खूह का पानी पी के राजा भी कमलियां वाली हरकतां कर लग पिया। पागल कहण लगे हुण ठीक है, कहंदे हुण ठीक है। ये दुनिया इदां दी, जां तुसीं भी पागल हो जाओ। जे तो गुरु ना तुसीं ख्याल करियो, जे गुरु गोबिंद सिंह महाराज भी पागल हो जाते, दुनिया की सोच विचार दे विच अज भी होए ने। प्रजा ते अज भी हैगी, कुर्सियां ते बहण वाले ते अज भी हैगे ने, ब्रह्म ज्ञानी ते संत अज भी हैगे ने। पर हुकूमत किन्ना कुछ कहती वखरी गल है। जिन्ना डेरिया ते जाके असीं मत्था टेकदे हां, खिमा कर देना हो सकता लफ्ज कौड़ा लगे। ये ओह सब ने 1984 तो लैके बाद विच 90 तक जिहड़ा दौर पंजाब की धरती ते वापरिया, मेरे पंजाब के नौजवान चुग चुग के घरां विचों मार दिते गए। ये नौजवान जदों गाहे बगाहे मदद लैण लई इन्हां डेरियां विच गए, इन्हां ने दरवाजे बंद कर दिते।
जिन्हां नूं असीं मत्थे टेक रहे हैं ते बेनती कर रहे सी। गुरु गोबिंद सिंह महाराज पागल नहीं सी होना चाहते, इसलिए परिवार वारना पिया। जे ते पागल हो के जींदे जिद्दां लोग कहिंदे ने जे उदां ही मन लैंदे। गुरु अर्जन साहब महाराज जे पागल हो के जींदे, जे कहिंदे कोई गल नहीं, जे उस्तत करनी है आपां कर सकते हैं किसी दी इस ग्रंथ विच, काने पीर सज्जू दी बाणी नूं दर्ज कर सकते हैं। जे गुरु साहब भी पागल हो के जिउंदे ना ते गुरु साहब नूं कुछ खतरा नहीं होना सी, क्योंकि पागलों की यारी पागलों नाल हुंदी है। पागल आपस में लड़ते नहीं। हुण दुनिया जिहड़ी है वो पागल है, गुरु सियाणा है, इस करके इत्थे निके निके इन्हां पागलों ने इदों वड्डा पागलपना की हो सकदा। जदों निके निके 7 ते 9 साल के बच्चे, 84 वेले ते होर भी हद हो गई, 2 साल के बच्चे, 3 साल का बच्चा तो अतवादी नहीं होंदा। ठीक है, कोई 25-30 साल का हो, 20 साल का हो, 15 साल का हो, आप वैसे तो सिख का तो 7 साल की उम्र च बच्चा जोड़ा है ना वो अतवादी है, वो अतवादी है, वखवादी है। कमाल की गल, जदों वो अकाली लड़ते हैं तो गांधीवादी ने, जदों सिख लड़ते हैं वो वखवादी अतवादी ने। यह फर्क है विचारधारा में। बेनती कर रहे सी 2 साल का बच्चा तो अतवादी नहीं होंदा, जिहड़ा वो भी दरबार साहिब की उस परिक्रमा दे विच पटका पटका के मावां दी अखां दे सामने मार दिते गए। घटना उही वापरी, मीर मनु की जेल वाली घटना वापर गई। पर हाँ, दुखांत अज सब तो वड्डा पता की है, असीं की सिक्ख्या लई। मैं एक दिन अगे भी बेनती की सी, असीं की सिक्ख्या लई। बड़ी कीमती घटना है। मीर मनु की जेल विच ना जलाद निके निके बच्चों के टोटे कर रहा। कहते एक बंदा लंघिया जा रहा, उन्हें जो वरतारा वेख्या ना, वो जलाद नूं आण के पता की कहंदा, कहंदा भी इन्हां दी मां नूं तूं मारदा कोई गल नहीं, उहनूं भुखी रखदा। चलो मन्निया भी मां जिहड़ी है वो सियाणी उम्र दी है, अब बच्चे का की कसूर, इहनूं ते कोई पता भी नहीं जिहदी गोद विचों खो खो के बच्चे मारने, इस मां नूं ते मारदा कोई गल नहीं, अब बच्चे नूं नेजे ते भला क्यों टंगण दिया। वो पता की कहंदा, जलाद कहंदा, कहंदा मैनूं भरोसा वा भी ये बच्चा जिहदी गोद विच आ ना, इहने वड्डा हो के सिख ही बनना। कहंदा मैनूं भरोसा, मैं तां मार रहा भी जिहदी गोद विच ये बच्चा बैठा होया ना, वो मां एडे सिदक वाली है, जे बच्चा वड्डा हो गया तो इहने वड्डा होके सिख बनना। वाह, किते समा सी सिखो तुहाडे बच्चियां की गारंटी जलाद भी लैण नूं तैयार सी। वो भी कहंदा सी भी इस मां की गोद विचला बच्चा वड्डा होके सिख बनेगा, कि अज दी मां कोई गारंटी लै सकदी जिहड़ा उहदे घर विच बच्चा पढ़ रहा है वो वड्डा होके सिख बनेगा। असीं ते आप साडे हरमंदर नूं किसी ने ढाया, असीं अज तक उहनूं नहीं बख्शिया। गुरु ने ते हरमंदर इस शरीर भी आखिया है, गुरप्रसादी वेख तू हरमंदर तेरा नाल, हरमंदर ये शरीर है, आ शरीर भी ते हरमंदर है जिहड़ा असीं आप कैंचियां नाल ढा दिता। इहदी किहड़ी गल करांगे। ते बेनती जिहड़ी कर रहा सी, पागलों की भीड़ विच जां ते पागल हो जाओ, नहीं तो तैयार हो जाओ पागलों दीयां मुसीबतां दा सामना करन दे लई, जो पागल तुहानूं दुख दे रहे हैं। हुण बाबे कबीर ने जिहड़ी गल आखी, कह लगे दुनिया मैनू पागल कहती है, पर रब जी जे पागल है भी ना ते तेरा पागल भया दीवाना शाह का। दीवाने का अर्थ है पागलपन, भी मैं रब का दीवाना। बाबे कबीर ने बड़ी कीमती गल आखी, कह लगे जो बोरा जे मैं बोरा तो राम तोरा, फिर भी रब जी तेरा पागल है, ये कोई शक वाली गल नहीं, पर मैं तेरे ते पागल हाँ। एडा पागल हाँ, कोई मैनू आके गुरु का सिद्धांत छड्ड दे, मैं कहना बंद बंद कट दे, मैं नहीं छड्डदा। मैं कहना बंद बंद कट दे, मैं कहना खोपर ला दे, मैं नहीं छड्डदा। मैं कहना गलां च टायर पा के फूक दे, मैं नहीं छड्डदा। मैं तां भी पागल हाँ। जो बोरा तो राम तोरा, लोग मरमा कह जाने मोरा। मेरे बारे लोग नहीं जानते, जिहड़ियां सदरां मैं दिल विच पाली बैठा ना, ये लोग नहीं जानते। लोग मरम कह जाने मोरा। हुण पागल बनिया क्यों कबीर, आख्या क्यों पहला बंद, क्योंकि कबीर पता की कहंदा,
माथे तिलक हथ माला बाना लोगन राम खिलौना जाना। लोगों ने रब नूं खिडौना समझिया। कबीर तां पागल है, कहना मथे ते तिलक ला लिया, हाथ विच माला फड़ ली, धर्मिया वाला बाणा पा लिया। लोग कबीर आ गल कह, माथे तिलक हथ माला बाना लोगन राम खिलौना जाना। अगला बंद, जो हो बोरा तो राम तोरा। मैं जे पागल भी है तो भी तेरा। लोग मर्म कह जाने मोरा तोरो ना पाती। मैं रब दी भगती लई पत्ते तोड़ के अगे नहीं रखदा। तोरो ना पाती पूजो ना देवा। ना मैं देवतियां की पूजा करदा ता पागल हां, क्योंकि दुनिया वो काम कर दी है, कबीर नहीं करता। पाती तोरे मालनी पाती पाती जियो, जिस पाहन को पाती तोरे सो पाहन निर्जियो। भूली मालनी है हो सतगुर जागता है देओ। मालन भुली हुई है, गुरु जागदा। मालन रब दी कायनात विचों फुल तोड़ के रब दे अगे भेंट करके, पत्थर दे अगे भेंट करके कहंदी रब दी पूजा हो रही। मालन भुली, इसे शब्द दे बाबे कबीर ने गल आखी इसे शब्द विच। मालन भुली जग भुलाना हम भुलाने ना है। ऐस करके कबीर पागल है। तोरो ना पाती पूजो ना देवा। ना मैं किसी देवते की पूजा करदा। तोरो ना पाती पूजो ना देवा। आप फर्क है गुरु नानक साहब की विचार विच। अगले कहते ताइयों ते वार वार हमले किए जाते हैं भी सिख भी हिंदू ही ने। कई बार सवाल बड़ा उठता, आखिर असी भी तो हिंदुओं चो निकले हैं, पर बेनती करा फिर हिंदू कितों निकले ने। सवाल है ना, जे सिख हिंदुओं चो निकले तो हिंदू का चो निकले ने। सिख हिंदू तां हुंदा जे जनेऊ नूं प्रवान करदा, पर ये भी खत्म करने के तरीके ने। गुरु ग्रंथ साहब बारे गल आखी जाती, गुरु ग्रंथ साहब वेदां दा निचोड़ ने। गुरु ग्रंथ साहब जिहड़े ने वो वेदां दा निचोड़ ने। ते बाबे गुरु ग्रंथ साहब को पुछ के वेखो, गुरु ग्रंथ साहब पता की कहते हैं? वेद की पुत्री सिमरत भाई सांकल जेवरी लह आई। ये वेद जिहड़े ने ये लोकां नूं गुलाम बनाउंदे ने। वेदां दीयां पुत्रियां सिमरतियां ने लोकां नूं वंड दित्ता। गुरु नानक साहब एक करदे ने, गुरु ग्रंथ साहब दी विचार एक है, पर कई बार असीं साबित कर दित्ता। इन्ना फर्क है। जदों उसे दरबार साहब ते हमला होया ना, सिख रैफरेंस लाइब्रेरी जिहड़ी चुक के लै गए, साड़ दी, फूक दी, कीमती इतिहास। कारण की है भला? अज तो वैसे दुकान से साडे घर में कोई पुरानी किताब पई होवे ना, असीं आप जिथे अग की भेट आउंदे उत्थे लै जाने, फूक दो, साडे कोल नहीं पढ़ी जानी। असीं आप इतिहास नूं फूकदा, जिहड़ी क्योंकि पुरानी किताब नाल इतिहास का संबंध हुंदा है, असीं चुक के फूक दियां। उन्हां बारे असीं दोष दिंदे कि उन्हां ने साडी लाइब्रेरी फूक दी। मैं जिहड़ी बेनती, फूकियां क्यों जांदियां किताबां, क्यों फूकियां जांदियां? इसलिए फूकियां जांदियां ना भी इन्हां नूं पढ़ोगे ते अकल आऊगी। अगले ने फूक दी। कोई बंदा सी कहंदे उन्हें किताबां दी अहमियत है नहीं, पुस्तक एडी वड्डी क्रांति लिया सकदी जिंदगी विच। वो अपने देश नूं ना उहदा सारा कुछ उजड़ गया, सिर्फ उहदे कोल किताबां दा भंडार रह गया। बेड़ी विच रख के एक मलाह है, एक वो आप है। जदों वापस परत रहा सिर्फ किताबां ने उहदे कोल। कहते समुद्र च तूफान आ गया ते मलाह कहन लगा भी जां किताबां सुट दो, जे बचना ते किताबां सारियां समुद्र च सुट दो, ते जां तुसीं छाल मार दो। वो कहंदा तू ये किताबां सही सलामत मेरे लोकां कोल लै जाई, मैं छाल मार देना। एडी बड़ी कीमत है इतिहास की। अगलियां ने मारिया तुहानूं इतिहास के पक्ष तो, फिर एडा वड्डा तूफान। कमाल की गल,
उन्होंने कोलों लिख के फिर चीज़ां, मैं खुद मैनू मौका मिलिया ਜਿਹੜੇ ਲੋਕ ਸਾਡੇ ਇਤਿਹਾਸ ਦੀ ਤਬਾਹੀ ਕਰਨ ਦੇ ਤੁਲੇ ਹੋਏ ਨੇ, ਮੈਂ ਉਹਨਾਂ ਦੇ ਦਫ਼ਤਰ ਵਿੱਚ ਗਿਆ, ਉੱਥੇ ਇਤਿਹਾਸ ਛਾਪ ਰਿਹਾ, ਕਾਰਖਾਨੇ ਲੱਗੇ ਨੇ, ਇਤਿਹਾਸ ਛਾਪ ਰਿਹਾ, ਸਿੱਖਾਂ ਦਾ ਇਤਿਹਾਸ ਦੁਸ਼ਮਣ ਛਾਪ ਰਿਹਾ। ਅੱਜ ਭੁਲੇਖੇ ਕਿਉਂ ਖੜੇ ਹੋਏ, ਅਕਾਲ ਤਖਤ ਬਾਰੇ ਭੁਲੇਖੇ ਕਿਉਂ ਖੜੇ ਹੋਏ, ਸੰਤ ਜਰਨੈਲ ਸਿੰਘ ਨੂੰ ਅੱਜ ਸਿੱਖੀ ਅੱਤਵਾਦੀ ਆਖ ਰਹੇ ਨੇ, ਬਹੁਤੇ ਇੱਦਾਂ ਦੇ ਕਿਉਂ ਭੁਲੇਖੇ ਖੜੇ ਹੋਏ? ਕਿਉਂਕਿ ਇਤਿਹਾਸ ਗੈਰਾਂ ਨੇ ਲਿਖਿਆ, ਉਹਨਾਂ ਨੇ ਸਾਬਤ ਕਰ ਦਿੱਤਾ, ਮੀਡੀਆ ਨੇ ਉਹਦੇ ਬਿਆਨਾਂ ਨੂੰ ਕੱਟ ਕੇ ਲਾਇਆ, ਮੀਡੀਆ ਨੇ ਉਹਦੇ ਬਿਆਨ, ਅੱਜ ਉਹਨੂੰ ਅੱਤਵਾਦੀ ਗਰਦਾਨ ਦਿੱਤਾ ਗਿਆ। ਇੱਕ ਬੇਨਤੀ ਕਰਾਂ, ਜਿਸ ਦਿਨ ਇਹ ਦੇਸ਼ ਗੁਲਾਮ ਸੀ ਤੇ ਭਗਤ ਸਿੰਘ ਅੰਗਰੇਜ਼ਾਂ ਦੀ ਨਿਗਾਹ ਵਿੱਚ ਅੱਤਵਾਦੀ ਸੀ। ਭਗਤ ਸਿੰਘ ਨੂੰ ਇਸੇ ਕਰਕੇ ਫਾਂਸੀ ਲਾਈ ਨਾ, ਵੀ ਭਗਤ ਸਿੰਘ ਜਿਹੜਾ ਇਸ ਸਿਸਟਮ ਦੇ ਖਿਲਾਫ ਚੱਲਦਾ। ਜਿਸ ਦਿਨ ਦੇਸ਼ ਗੁਲਾਮ ਸੀ ਉਸ ਦਿਨ ਭਗਤ ਸਿੰਘ ਅੱਤਵਾਦੀ ਸੀ, ਜਿੱਦਣ ਇਹ ਦੇਸ਼ ਆਜ਼ਾਦ ਹੋਇਆ ਉਸ ਦਿਨ ਉਹ ਭਗਤ ਸਿੰਘ ਜਿਹੜਾ ਅੰਗਰੇਜ਼ਾਂ ਦੀ ਨਿਗਾਹ ਵਿੱਚ ਅੱਤਵਾਦੀ ਸੀ, ਉਹ ਹਿੰਦੁਸਤਾਨੀਆਂ ਦੀ ਨਿਗਾਹ ਵਿੱਚ ਇੱਕ ਇਨਕਲਾਬੀ ਹੋ ਗਿਆ। ਉਹਦੀਆਂ ਤਸਵੀਰਾਂ ਛਪ ਗਈਆਂ, ਉਹਨੂੰ ਸ਼ਰਧਾਂਜਲੀਆਂ ਦਿੱਤੀਆਂ ਜਾਣ ਲੱਗ ਪਈਆਂ। ਬਸ ਇਦਾਂ ਹੀ ਹੈ, ਕੁਰਸੀਆਂ ਬਦਲ ਜਾਂਦੀਆਂ। ਵੱਖਰੀ ਗੱਲ ਹੈ, ਗੋਰੇ ਅੰਗਰੇਜ਼ਾਂ ਦੀ ਜਗ੍ਹਾ ਕਾਲੇ ਅੰਗਰੇਜ਼ ਆਣ ਕੇ ਬੈਠ ਜਾਂਦੇ ਨੇ, ਤੇ ਜਿਹੜੇ ਹੱਕ ਦੀ ਗੱਲ ਕਰਦੇ ਨੇ, ਹਕੂਮਤ, ਮੀਡੀਆ, ਉਹਨਾਂ ਨੂੰ ਅੱਤਵਾਦੀ ਗਰਦਾਨ ਦਿੱਤਾ। ਜਾਗਣ ਦੀ ਲੋੜ ਹੈ। ਅੱਤਵਾਦੀ ਤੇ ਗੁਰੂ ਅਰਜਨ ਸਾਹਿਬ ਹੀ ਨਾ, ਤਾਂ ਹੀ ਖਤਮ ਕੀਤੇ। ਹੁਣ ਉਹਨਾਂ ਦੀ ਨਿਗਾਹ ਵਿੱਚ ਗੁਰੂ ਅਰਜਨ ਸਾਹਿਬ ਅੱਤਵਾਦੀ ਨੇ, ਸਿੱਖਾਂ ਦੀ ਨਿਗਾਹ ਵਿੱਚ ਗੁਰੂ ਅਰਜਨ ਸਾਹਿਬ ਅੱਤਵਾਦੀ ਹਨ। ਕਿਉਂ ਸਾਧ ਸੰਗਤ ਜੀ, ਅਸੀਂ ਗੁਰੂ ਅਰਜਨ ਸਾਹਿਬ ਨੂੰ ਅੱਤਵਾਦੀ ਆਖਾਂਗੇ? ਉਹਨਾਂ ਦੀ ਨਿਗਾਹ ਵਿੱਚ ਸਾਹਿਬਜ਼ਾਦੇ ਵੀ ਅੱਤਵਾਦੀ ਨੇ, ਉਹਨਾਂ ਦੀ ਨਿਗਾਹ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਵੀ ਅੱਤਵਾਦੀ ਹੈ ਜਿਹੜਾ ਹੱਕ ਦੀ ਗੱਲ ਕਰਦਾ ਹੈ, ਉਹਨਾਂ ਦੀ ਨਿਗਾਹ ਵਿੱਚ ਸੰਤ ਜਰਨੈਲ ਸਿੰਘ ਵੀ ਅੱਤਵਾਦੀ ਹੈ, ਉਹਨਾਂ ਦੀ ਨਿਗਾਹ ਵਿੱਚ ਹਰ ਸਿੱਖ ਅੱਤਵਾਦੀ ਹੈ। ਇੱਕ ਬੇਨਤੀ ਇੱਥੇ ਮੈਂ ਜ਼ਰੂਰੀ ਕਰਨੀ ਸਮਝਦਾ, ਅਸੀਂ ਕਈ ਵਾਰ ਕਹਿੰਦੇ ਵੀ ਸਾਰੇ ਹਿੰਦੂ ਮਾੜੇ ਨਹੀਂ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ। ਬੜੇ ਐਸੇ ਨੇ ਜਿਨ੍ਹਾਂ ਨੇ ਉਸੇ 84 ਦੇ ਦੌਰ ਵਿੱਚ ਸਿੱਖਾਂ ਨੂੰ ਆਪਣੇ ਘਰ 'ਚ ਪਨਾਹ ਦਿੱਤੀ। ਪਰ ਇੱਕ ਬੇਨਤੀ ਕਰਾਂ, ਜਿੰਨੇ ਕੁ ਵਿਚਾਰੇ ਚੰਗੇ ਨੇ ਉਹਨਾਂ ਦੀ ਪੇਸ਼ ਕੋਈ ਨਹੀਂ ਜਾਂਦੀ। ਜਿੰਨੇ ਕੁ ਚੰਗੇ ਨੇ, ਇਹ ਤੇ ਸਾਨੂੰ ਜਾਗਣਾ ਪੈਣਾ, ਆਪ ਸੋਝੀ ਹੋਣੀ ਪੈਣੀ। ਜਿੰਨੇ ਕੁ ਚੰਗੇ ਨੇ ਨਾ, ਉਹਨਾਂ ਦੀ ਪੇਸ਼ ਕੋਈ ਨਹੀਂ ਜਾਂਦੀ। ਕਿਉਂਕਿ ਇੱਕ ਪਾਸੇ 100 ਬੰਦਾ ਹੋਵੇ, ਉਹਦੇ ਵਿੱਚੋਂ 10 ਚੰਗੇ ਹੋਣ ਤੇ 90 ਅੱਗੇ 10 ਦੀ ਪੇਸ਼ ਕੋਈ ਨਹੀਂ ਜਾਂਦੀ। ਅਸੀਂ ਦੋਸ਼ੀ ਨਹੀਂ, ਬੜੇ ਐਸੇ ਨੇ ਜਿਹੜੇ ਸਿੱਖਾਂ ਦੇ ਹੱਕਾਂ ਲਈ ਵੀ ਲੜੇ, ਜਿਹੜੇ ਸਿੱਖਾਂ ਦੇ ਮੁਕੱਦਮੇ ਵੀ ਲੜੇ, ਪਰ ਕੀ ਪੇਸ਼ ਗਈ? ਬਹੁਤਾਂਤ ਵਿੱਚ ਗੱਲ ਸਿਰਫ ਵਿਚਾਰਧਾਰਾ ਦੀ ਹੈ। ਜਿੰਨਾ ਚਿਰ ਤੁਹਾਡੇ ਕੋਲ ਨਵੇਕਲੀ ਵਿਚਾਰਧਾਰਾ ਹੈ, ਉਹਨਾਂ ਚਿਰ ਕੋਈ ਤੁਹਾਡਾ ਵਿਰੋਧ ਕਰੇਗਾ, ਉਹਨਾਂ ਚਿਰ ਤੱਕ ਤੁਸੀਂ ਲੋਕਾਂ ਦੀ ਨਿਗਾਹ ਵਿੱਚ ਬਾਗੀ ਹੋ। ਤੇ ਜਿੰਨਾ ਚਿਰ, ਜਦੋਂ ਤੁਸੀਂ ਵਿਚਾਰਧਾਰਾ ਨੂੰ ਛੱਡ ਦਿਓਗੇ, ਜਦੋਂ ਵਿਚਾਰਧਾਰਾ ਚਲੀ ਗਈ, ਤੁਹਾਡੇ ਪੱਲੇ ਕੱਖ ਨਹੀਂ ਰਹਿ ਗਿਆ। ਹੁਣ ਤੁਹਾਨੂੰ ਆਖਣ ਦੀ ਵੀ ਕੀ ਲੋੜ? ਅੱਜ ਵਿਦੇਸ਼ਾਂ ਵਿੱਚ ਬੈਠੇ ਹਾਂ, ਖਿਮਾ ਕਰਨਾ, ਅਸੀਂ ਆਪਣੀ ਵਿਚਾਰਧਾਰਾ ਨੂੰ ਛੱਡ ਚੁੱਕੇ ਹਾਂ। ਜੋ ਗੁਰੂ ਸਾਹਿਬ ਨੇ ਸਾਨੂੰ ਵਿਚਾਰਧਾਰਾ ਦਿੱਤੀ, ਉਹਨੂੰ ਅਸੀਂ ਤਿਆਗ ਦਿੱਤਾ। ਹੁਣ ਕੋਈ ਖਤਰਾ ਨਹੀਂ, ਕਿਉਂਕਿ ਅਸੀਂ ਸਮੇਂ ਦੇ ਮੁਤਾਬਕ ਚੱਲਣ ਲੱਗ ਪਏ। ਜਿੱਦਾਂ ਲੋਕ ਚੱਲਦੇ ਨੇ ਜੀ ਉੱਦਾਂ ਚੱਲੋ। ਸਰਜੀਤ ਪਾਤਰ ਦੀਆਂ 2 ਲਾਈਨਾਂ, ਕਹਿੰਦਾ ਮੈਂ ਰਾਹਾਂ ਤੇ ਨਹੀਂ ਚੱਲਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ, ਜੁਗਾਂ ਜੁਗਾਂ ਤੋਂ ਕਾਬਲੇ ਮੇਰੇ ਸੱਚ ਦੇ ਗਵਾਹ ਬਣਦੇ, ਜਿਹੜੇ ਮੇਰੇ ਮਗਰ ਦਾ ਕਾਬਲ। ਕਹਿੰਦਾ ਇਹ ਤਪਦੀ ਰੇਤ ਦੱਸਦੀ ਹੈ ਕਿ ਰਸਤਾ ਠੀਕ ਹੈ ਮੇਰਾ। ਇਹ ਰੇਤ, ਇਹ ਮੁਸ਼ਕਲਾਂ ਦੱਸਦੀਆਂ ਨੇ, ਸਿੱਖੋ ਤੁਹਾਡਾ ਰਸਤਾ ਠੀਕ ਹੈ, ਭਟਕ ਨਾ ਜਾਇਓ। ਮੁਸੀਬਤਾਂ ਉਹਨਾਂ ਚਿਰ ਤੱਕ ਆਉਣੀਆਂ ਨੇ ਜਿੰਨਾ ਚਿਰ ਤੱਕ ਸੱਚ ਦੇ ਰਾਹ ਨੂੰ ਇਖਤਿਆਰ ਕਰੋਗੇ। ਤੇ ਗੁਰੂ ਨਾਨਕ ਦੇ ਹਰ ਸਿੱਖ ਦਾ ਫਰਜ਼ ਹੈ ਉਹ ਸੱਚ ਨੂੰ ਜ਼ਿੰਦਗੀ ਵਿੱਚ ਢਾਲੇ, ਸੱਚ ਨੂੰ ਜੀਵੇ, ਸੱਚ ਦਾ ਉਪਦੇਸ਼ ਦੇਵੇ। ਤੇ ਸੱਚ ਲਈ ਜੇ ਸਾਨੂੰ ਆਪਣਾ ਆਪ ਵੀ ਗਵਾਉਣਾ ਪਵੇ ਤੇ ਤਾਂ ਵੀ ਕੋਈ ਗੱਲ ਨਹੀਂ। ਪਰ ਹੁਣ ਤਰੀਕਾ ਉਹਨਾਂ ਨੇ ਬਦਲ ਲਿਆ, ਹੁਣ ਹੋਰ ਤਰੀਕੇ ਬੜੇ ਅਪਣਾ ਲਏ। ਖੈਰ, ਮੈਂ ਬਾਬਾ ਜੀ ਦਾ ਸ਼ਬਦ ਤੁਹਾਡੇ ਨਾਲ ਸਾਂਝਾ ਕਰ ਰਿਹਾ ਸੀ। ਭਗਤ ਕਬੀਰ ਜੀ ਕਹਿੰਦੇ ਨੇ, ਮੇਰੇ ਨਾਲ ਲੋਕ ਲੜਦੇ ਕਿਉਂ ਨੇ? ਕਹਿੰਦੇ ਮੈਂ ਇੱਕ ਆਹ ਕੰਮ ਨਹੀਂ ਜੋ ਕਰ, ਤੋਰੋ ਨਾ ਪਾਤੀ ਹੀ ਪੂਜੋ ਨਾ ਦੇਵਾ। ਨਾ ਮੈਂ ਪੱਤੇ ਤੋੜਦਾ ਤੇ ਨਾ ਮੈਂ ਦੇਵਤਿਆਂ ਦੀ ਪੂਜਾ ਕਰਦਾ। ਤੋਰੋ ਨਾ ਪਾਤੀ ਪੂਜੋ ਨਾ ਦੇਵਾ, ਰਾਮ ਭਗਤ ਬਿਨ, ਰੱਬ ਦੀ ਭਗਤੀ ਤੋਂ ਬਿਨਾ, ਰਾਮ ਭਗਤ ਬਿਨ ਨਿਰਫਲ ਸੇਵਾ। ਰੱਬ ਦੀ ਭਗਤੀ ਤੋਂ ਬਿਨਾ ਬਾਕੀ ਹੋਰ ਸੇਵਾ ਸਾਰੀ ਨਿਰਫਲ ਹੈ, ਹੋਰ ਕਿਸੇ ਚੀਜ਼ ਦਾ ਕੋਈ ਫਲ ਨਹੀਂ। ਸਤਿਗੁਰ ਪੂਜੋ ਸਦਾ ਸਦਾ ਮਨਾਵੋ। ਮੈਂ ਕਿਹਦੀ ਪੂਜਾ ਕਰਦਾ? ਆਪਣੇ ਗੁਰੂ ਦੀ।
विचार उन्होंने अपनी जिंदगी में ढालदा। सतगुर पूजो सदा सदा मनावो, हमेशा गुरु नूं मनाउणा, लोकां नूं नहीं मनाउंदा। जे लोकां नूं मनाउण तुर पे उजड़ जावांगे, गुरु नूं मनाउणा। तां करके बाबा कबीर जी कहंदे लोग मैनूं पागल आखदे ने। बड़ी कीमती गल भगत नामदेव ने आखी। वो कहते ने मैनू भी बाबा कबीर जी तुहानू कलियां ने इन्होंने पागल नहीं आख्या। तुसीं एक ख्याल होर करियो, अज दे समय के मुताबिक सिखां विच भी इहो जी कैटागरी है जिहड़ी पनप पई, जिहड़ी पैदा हो गई। उन्हां दी निगाह विच पागल कौन है भला? जिहड़ा कनेडा विच रह के फतेह बनाउंदा, जिहड़ा फतेह बनाउंदा, जिहड़ा पंजाबी बोलदा, हुण पागल है। ते सियाणा कौन है भला? बाकी सारे सियाणे ने, जिहड़े कल्चर की गल नहीं करते, जिहड़े धर्म की गल नहीं करते, वो सियाणे ने। ते जे सियाणप है ते बाबा कहना मैं बोरा ही चंगा, मेरे बाबा मैं बोरा सब खलक सियाणी, सारे सियाणे। सतगुर पूजो सदा सदा मनावो, कहते सानू मनाउणा आ जावे अपना गुरु। खसम छोड़ दूजा लगे, डुबे सेवन जा रहा, सतगुरु है पोथा, विरला है किने विचारिया। गुरु वो जहाज है जिहदी विचार कोई विरला मनुख करता है, जिन्हें मगर कोई विरला लगता है। तो बाबा जी ने आख्या लोग कहें कबीर बुराना, लोग कहते ने कबीर पागल हो गया। तो बाबा कबीर जी अखीर ते कहते ने कबीर का मर्म राम पहचाना, मैं पागल हाँ ये रब जानता, ये गुरु जानता। सो भागा वालिओ लोड़ है गुरु ग्रंथ साहिब की विचार के नाल साझ पाउण दी। दुनिया में बहुतांत गिनती पागलों की है, कल्ले रह के जीना है तो कुछ ना बंदे का दुनिया ते रह जाता। ते जे पागलों की भीड़ में रल के जीना है फिर तो बथेरे जाने ने तुरे फिरो, किसी ने की आखना। सो गुरु की मत नूं जिंदगी में धारण करिए। बाबे कबीर ने कोई परवाह नहीं की लोग की कहते हैं, वो कहते हैं पागल आखते हैं ते आखी जान। सो पागलों की गिनती वध है, इन्हां दी गिनती की की गल करिए। जदों ये पागल हत्थां विच पत्थर फड़ लैंदे ने, इन्हां राजे का महल ते ढाया नहीं, क्योंकि वो राजा आप पागल बन गया। और इन्हां दी माड़ी किस्मत इहो सी कि जिहड़े महल के द्वारे, जिस मंदिर के जिस तख्त के दिवाले लोग तोपां ते टैंक चुकी फिरते रहे, वो तख्त ते ढा के ढह गया, पर तख्त विच बैठा होया इन्हां दे अगे नहीं ढया। बस इहो ही कसूर है। तां कंधां डिगदियां ने। किसी नूं गुलामी का एहसास कराउणा होवे, किसी नूं एहसास कराउणा होवे भी तूं मेरा गुलाम, वड्डा बंदा छोटे नूं किवें एहसास कराउंदा? उहनूं कोई गल कह के भी तूं ना जे छोटा। बड़ियां वैसे मिलटरी मैं सुनिया जिथों तक कि मिलटरी जिहड़ी हुंदी ना बाहरलियां जिहड़े कोई बाहरले मुल्क है उन्हां दे नाल लड़न हुंदी है। जे कोई देश दे अंदर निजी मसला वापर जावे उहदे लई पुलिस हैगी। ते इत्थे किड्डी लंबी समा पहलां हिमाचल विच तैयारी कीती गई। फिर कई बार ये भी गल है कि अकाल तख्त नूं तां ढाया कि उहदे अंदर भिंडरां वाला बैठा सी। मैनूं ये नहीं समझ लगी भी ठीक है उहनूं तां ढाता उहदे अंदर भिंडरां वाला बैठा सी, बाकी 34 गुरुद्वारियां ते उसे वेले अटैक होया, उन्हां अंदर ते कोई भिंडरां वाला नहीं सी। 34 गुरुद्वारियां ते होर अटैक होया। ते एक गल्ला ब्लू स्टार ऑपरेशन नहीं चलिया, एक ऑपरेशन चलिया जिन्हों कहते ने भी पिंडां दे विचों ऑपरेशन रोजवुड, पिंडां दे विचों नौजवानां नूं चुक चुक के मारना। ते जिहड़ा भी दस्तार वाला दीदा सी वो निशाना बनाया जाता सी ताकि पंजाब की पीढ़ी नूं नस्ल नूं खत्म कर दिता जाए। अजे तक भी माझे दे एरिए दे 20,000 नौजवान जिन्हां दा कोई पता नहीं, जिहड़े घरों काम लई गए पर अज तक नहीं लभे। ते एक दिन अगे
ਤੁਹਾਡੇ ਨਾਲ ਗੱਲ ਸਾਂਝੀ ਕਰ ਰਿਹਾ ਸੀ, ਜਸਵੰਤ ਸਿੰਘ ਖਾਲੜੇ ਵਰਗੇ ਮਨੁੱਖੀ ਹੱਕਾਂ ਦੇ ਰਾਖੇ ਜਿਹੜੇ ਨੇ ਉਹ ਆਪ ਵਿਚਾਰੇ ਉਹਨਾਂ 20,000 ਮਾਵਾਂ ਨਾਲ ਕਹਿੰਦੇ ਮੈਂ ਵਾਅਦਾ ਕਰਕੇ ਆਇਆ ਵੀ ਮਾਂ ਤੇਰੇ ਪੁੱਤ ਦੀ ਮੌਤ ਦਾ ਹਿਸਾਬ ਕਿਤਾਬ, ਤੇਰੇ ਪੁੱਤ ਦੀ ਲਾਸ਼ ਦਾ ਹਿਸਾਬ ਕਿਤਾਬ, ਕਿਉਂਕਿ ਮਾਵਾਂ ਕਹਿੰਦੀਆਂ ਸੀ ਪੁੱਤ ਤੇ ਮੁੜਿਆ ਨਹੀਂ, ਹੁਣ ਲਾਸ਼ ਹੀ ਲੱਭ ਜਾਵੇ, ਲਾਸ਼ ਹੀ ਮਿਲ ਜਾਵੇ। ਇੱਕ ਪਰਿਵਾਰ ਵਾਲਿਆਂ ਦੀ ਸਦਨ ਹੁੰਦੀ ਹੈ। ਤੁਸੀਂ ਕਦੀ ਖਿਆਲ ਕਰਨਾ, ਵਿਦੇਸ਼ਾਂ ਵਿੱਚ ਕੋਈ ਮਰ ਜਾਵੇ, ਕੋਈ ਚੜ੍ਹਾਈ ਕਰ ਜਾਵੇ ਤੇ ਪੰਜਾਬ ਵਿੱਚ ਜੇ ਬਲੱਡ ਰਿਲੇਸ਼ਨ ਵਾਲੇ ਹੋਣ, ਰਿਸ਼ਤੇਦਾਰ ਹੋਣ ਨਾ, ਉਹ ਕਹਿੰਦੇ ਨੇ ਕਮ ਸੇ ਕਮ ਸਾਨੂੰ ਉਹਦੀਆਂ ਅਸਥੀਆਂ ਹੀ ਮਿਲ ਜਾਣ, ਜੇ ਲਾਸ਼ ਇੱਧਰ ਨਹੀਂ ਨਾ ਆ ਸਕਦੀ। ਤੇ ਪਹਿਲੀ ਗੱਲ ਬੰਦਾ ਪ੍ਰਬੰਧ ਕਰਦਾ ਵੀ ਕਿਸੇ ਤਰੀਕੇ ਨਾਲ ਲਾਸ਼ ਆ ਜਾਵੇ, ਜੇ ਲਾਸ਼ ਨਹੀਂ ਆਈ ਅਸਥੀਆਂ ਹੀ ਮਿਲ ਜਾਣ। ਉਹ ਮਾਵਾਂ ਅੱਜ ਤੱਕ ਇਹ ਗੱਲਾਂ ਡੀਕ ਰਹੀਆਂ, ਪੁੱਤਾਂ ਦੀ ਲਾਸ਼ ਹੀ ਮਿਲ ਜਾਵੇ, ਪੁੱਤਾਂ ਦੀਆਂ ਅਸਥੀਆਂ ਹੀ ਮਿਲ ਜਾਈਏ, ਅਸੀਂ ਆਪ ਕੀਮਤਪੁਰ ਜਾ ਕੇ ਪ੍ਰਵਾਹ ਕਰ ਲਈਏ। ਪਰ ਉਹ ਮਾਵਾਂ ਲਾਸ਼ਾਂ ਡੀਕਦੀਆਂ ਆਪ ਲਾਸ਼ ਹੋ ਗਈਆਂ। ਉਹਨਾਂ ਨੂੰ ਕੀ ਪਤਾ ਸੀ ਇਹਨਾਂ ਲਾਸ਼ਾਂ ਨੂੰ ਲੱਭਣ ਵਾਲਾ ਜਸਵੰਤ ਸਿੰਘ ਖਾਲੜਾ ਆਪ ਲਾਸ਼ ਹੋ ਜਾਵੇਗਾ। ਉਹ ਅੱਜ ਤੱਕ ਵਾਪਸ ਨਹੀਂ ਪਰਤੇ। ਸਾਡੀ ਕੀ ਦੇਣ ਹੈ ਉਹਨਾਂ ਦੇ ਲਈ, ਇਹ ਹੁਣ ਵਿਚਾਰ ਆਪਾਂ ਕਰਨੀ ਹੈ। ਵੇਖੋ, ਜੇ ਜ਼ਿੰਦਗੀ ਮਰਦ ਵਾਂਗੂ ਜਿਹੜੀ, ਮੈਂ ਰਤਨ ਸਿੰਘ ਭੰਗੂ ਦੀ ਇੱਕ ਗੱਲ ਕਹਿ ਕੇ ਸਮਾਪਤੀ ਕਰਦਾ, ਮੇਰਾ ਸਮਾਂ ਸਮਾਪਤ ਹੈ। ਉਹ ਕਹਿੰਦਾ ਹੈ ਵੀ ਕਈ ਵਾਰ ਬੰਦਾ ਨਾ ਜੀਣ ਦੇ ਲਈ ਆਪਣੇ ਆਪ ਨੂੰ ਮਾਰ ਲੈਂਦਾ, ਕਈ ਵਾਰ ਸਿਰ ਰੱਖਣ ਦੇ ਲਈ ਆਪਣੇ ਆਪ ਨੂੰ ਮਾਰ ਲੈਂਦਾ। ਉਹਨਾਂ ਦੇ ਦੋ ਬੋਲ ਨੇ, ਉਹ ਕਹਿੰਦੇ ਸਿਰ ਰਾਖੇ ਸਿਰ ਜਾਤ ਹੈ, ਸਿਰ ਕਾਟੇ ਸਿਰ ਸੋਹੇ। ਇਹ ਕੌਣ ਨੇ ਜਿਨ੍ਹਾਂ ਨੇ ਸਿਰ ਰੱਖ ਲਿਆ? ਮੰਨ ਲਓ ਆਪਣੀਆਂ ਭੈਣਾਂ ਦੀ ਬੇਅਦਬੀ ਕਰਾ ਲਈ, ਦੁਸ਼ਮਣ ਦੇ ਹੱਥ ਆਪਣੀਆਂ ਭੈਣਾਂ ਦੇ ਦਿੱਤੀਆਂ ਵੀ ਕਿਸੇ ਤਰੀਕੇ ਨਾਲ ਮੇਰੀ ਜਾਨ ਸੁਰੱਖਿਅਤ ਰਹੇ। ਤੇ ਰਤਨ ਸਿੰਘ ਭੰਗੂ ਕਹਿਣ ਲੱਗਾ ਸਿਰ ਰਾਖੇ ਸਿਰ ਜਾਤ ਹੈ। ਜਿਸ ਬੰਦੇ ਨੇ ਆਪਣੀ ਜ਼ਮੀਰ ਮਾਰ ਕੇ ਸਿਰ ਰੱਖ ਲਿਆ, ਸਮਝੋ ਉਹਦਾ ਸਿਰ ਚਲਿਆ ਗਿਆ, ਹੁਣ ਉਹਦਾ ਸਿਰ ਨਹੀਂ ਹੈਗਾ। ਪਰ ਦੂਜੀ ਗੱਲ, ਸਿਰ ਕਾਟੇ ਸਿਰ ਸੋਹੇ, ਇੱਕ ਉਹ ਹੈ ਜਿਨੇ ਅਣਖ ਦੀ ਖਾਤਰ, ਜਿਨੇ ਇੱਜ਼ਤ ਦੀ ਖਾਤਰ, ਜਿਨੇ ਸਮਾਜ ਨੂੰ ਚੰਗੀ ਸੇਧ ਦੇਣ ਦੀ ਖਾਤਰ ਆਪਣਾ ਸਿਰ ਕਟਵਾ ਲਿਆ। ਉਹ ਕਹਿਣ ਲੱਗੇ ਉਹਨਾਂ ਦਾ ਸਿਰ ਸੋਭਨੀਕ ਹੁੰਦਾ ਹੈ। ਬੇਸ਼ੱਕ ਗੁਰੂ ਤੇਗ ਬਹਾਦਰ ਦਾ ਸੀਸ ਕੱਟਿਆ ਗਿਆ, ਪਰ ਅੱਜ ਵੀ ਉਹ ਸੋਭਨੀਕ ਹੈ, ਉਹ ਸੋ ਰਿਹਾ ਹੈ। ਸਿਰ ਰਾਖੇ ਸਿਰ ਜਾਤ ਹੈ, ਸਿਰ ਕਾਟੇ ਸਿਰ ਸੋਹੇ। ਸੋ ਸਤਿਗੁਰ ਕਿਰਪਾ ਕਰੇ ਉਹਨਾਂ ਮਹਾਨ ਸ਼ਹੀਦਾਂ ਨੂੰ। ਸਾਡੀ ਸੱਚੀ ਸ਼ਰਧਾਂਜਲੀ ਇਹੋ ਹੀ ਹੈ ਵੀ ਅਸੀਂ ਉਹਨਾਂ ਦੀ ਵਿਚਾਰ ਨੂੰ ਆਪਣੀ ਜ਼ਿੰਦਗੀ ਵਿੱਚ ਢਾਲੀਏ। ਜਿੱਥੇ ਕਿਤੇ ਕੌਮ ਦੀ ਗੱਲ ਹੈ, ਜਿੱਥੇ ਕਿਤੇ ਕਿਸੇ ਨਾਲ ਧੱਕਾ ਹੁੰਦਾ ਹੈ, ਕਿਸੇ ਨਾਲ ਵੀ ਹੋਵੇ, ਸਿੱਖ ਦਾ ਫਰਜ਼ ਹੈ ਉਹਦੇ ਖਿਲਾਫ ਆਵਾਜ਼ ਬੁਲੰਦ ਕਰਨ ਦਾ। ਉਹ ਸ਼ਕਤੀਆਂ ਜਿਹੜੀਆਂ ਪੰਥ ਨੂੰ ਵੰਡਣੀਆਂ ਚਾਹੁੰਦੀਆਂ ਨੇ, ਜਿਹੜੀਆਂ ਗ੍ਰੰਥ ਨੂੰ ਵੰਡਣੀਆਂ ਚਾਹੁੰਦੀਆਂ ਨੇ, ਉਹਨਾਂ ਵੱਲ ਨਿਗਾਹ ਜ਼ਰੂਰ ਰੱਖਣ ਦੀ ਲੋੜ ਹੈ। ਤੁਹਾਡਾ ਸਾਰਿਆਂ ਦਾ ਧੰਨਵਾਦ। ਪਠਾਨਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਜੀ ਦਾ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।